नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਉੱਤਰ ਪੂਰਬੀ ਦਿੱਲੀ ਤੋਂ ਅੱਜ JNU ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਨੇ ਕਾਂਗਰਸ ਪਾਰਟੀ ਵੱਲੋਂ ਨੋਮੀਨੇਸ਼ਨ ਫਾਈਲ ਕੀਤਾ ਹੈ। ਉਹ ਕਾਂਗਰਸ ਦੇ ਆਫੀਸ਼ੀਅਲ ਲੋਕ ਸਭਾ ਕੈਂਡੀਡੇਟ ਹੋਣਗੇ। ਭਾਜਪਾ ਦੇ ਵੱਡੇ ਆਗੂ ਅਤੇ ਮੁਲਕ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਬੰਗਾਲ 'ਚ ਇੱਕ ਰੈਲੀ ਨੂੰ ਸੰਬੋਧਿਤ ਕਰਦਿਆਂ ਮਮਤਾ ਬੈਨਰਜੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਮਮਤਾ ਬੈਨਰਜੀ ਅਯੋਧਿਆ ਇਸ ਕਰਕੇ ਨਹੀਂ ਗਏ ਕਿਉਂਕਿ ਉਹਨਾਂ ਨੂੰ ਮੁਸਲਮਾਨ ਵੋਟ ਬੈਂਕ ਦਾ ਡਰ ਸਤਾ ਰਿਹਾ ਸੀ। ਗਾਂਧੀ ਪਰਿਵਾਰ ਅਮੇਠੀ ਅਤੇ ਰਾਏਬਰੇਲੀ ਸੀਟ ਨੂੰ ਜਿੱਤਣਾ ਚਾਹੁੰਦਾ ਹੈ ਤੇ ਉੱਤੇ ਪੂਰਾ ਧਿਆਨ ਲਾ ਰਿਹਾ ਹੈ। ਇਸ ਕਰਕੇ ਉਹਨਾਂ ਨੇ ਛੱਤੀਸਗੜ੍ਹ ਦੇ ਸਾਬਕਾ CM ਭੂਪੇਸ਼ ਬਘੇਲ ਅਤੇ ਰਾਜਸਥਾਨ ਦੇ ਸਾਬਕਾ CM ਅਸ਼ੋਕ ਗਹਿਲੋਤ ਦੀ ਡਿਊਟੀ ਉਹਨਾਂ ਦੋਵਾਂ ਸੀਟਾਂ ਤੇ ਲਾਈ ਹੈ। भाजपा भी अमेठी की सीट जितने वास्ते श्यामदाम दंड वर्गे सारे रस्ते अपना रही है ते भाजपा कार्यकर्ताओं ने अमेठी के कांग्रेस दफ्तर के बाहर खड़ी गड्डियां नूं तोड़ दिता। उस तो बाद लगातार यह नैरेटिव सिरजा गया कि भाजपा कार्यकर्ता उत्थे ज़्यादा स्ट्रोंग हैं। कांग्रेस वालियां ने कहा कि अपनी हार तो बौखला के भाजपा वाले साडे ते हमला कर रहे हैं। झारखंड की राजधानी रांची दे विच कई थावां ते ईडी ने छापेमारी की है ते करोड़ों रुपया कैश का बरामद किया है। ਕਾਂਗਰਸ ਦੇ ਮੰਤਰੀ ਆਲਮਗੀਰ ਦੇ ਨੌਕਰ ਦੇ ਘਰੋਂ ਵੀ 25 ਕਰੋੜ ਰੁਪਏ ਦੀ ਬਰਾਮਦਗੀ ਦੀ ਖਬਰ ਚੱਲ ਰਹੀ ਹੈ। ਹਜੇ ਈਡੀ ਨੇ ਕੋਈ ਆਫੀਸ਼ੀਅਲ ਬਿਆਨ ਨਹੀਂ ਦਿੱਤਾ ਹੈ, ਪਰ ਸੋਸ਼ਲ ਮੀਡੀਆ ਤੇ ਲਗਾਤਾਰ ਨੋਟਾਂ ਦੇ ਡੂ ਦੀ ਵੀਡੀਓ ਵਾਇਰਲ ਹੋ ਰਹੀ ਹੈ। झारखंड के CM हेमंत सोरेन की हाईकोर्ट ने जमानत याचिका खारिज कर दी है। हेमंत सोरेन ने यह कहा सी कि उन्होंने गिरफ्तारी ईडी वालों अवैध हैगी आ। उस तो बाद सुनवाई के दौरान हाईकोर्ट ने उन्होंने जमानत याचिका खारिज कर दिता है। हुण हेमंत सोरेन सुप्रीम कोर्ट का रुख करनगे। RJD के आगू तेज प्रताप यादव ने जम्मू कश्मीर के पुंछ विच होए सैनिकां ते हमले ते प्रधानमंत्री नरेंद्र मोदी ਨੂੰ ਘੇਰਦਿਆਂ ਕਿਹਾ ਹੈ ਕਿ ਇਹ ਹਮਲਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਕਰਕੇ ਹੋਇਆ ਹੈ। ਪੰਜਾਬ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਵੀ ਇਹ ਕਿਹਾ ਹੈ ਕਿ ਚੋਣਾਂ ਦੌਰਾਨ ਇਸ ਕਿਸਮ ਦੇ ਸਟੰਟ ਖੇਡੇ ਜਾਂਦੇ ਨੇ ਤਾਂ ਕਿ ਚੋਣਾਂ 'ਚ BJP ਨੂੰ ਫਾਇਦਾ ਹੋ ਸਕੇ। ਕਾਂਗਰਸ ਪਾਰਟੀ ਨੇ ਇੱਕ ਵਾਰ ਫਿਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਮੁਸਲਮਾਨਾਂ ਦੇ ਆਰਕਸ਼ਣ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਉਹ ਆਪਣੇ 10 ਸਾਲ ਦਾ ਰਿਪੋਰਟ ਕਾਰਡ ਦੇਣ ਦੀ ਥਾਂ ਤੇ ਮੁਸਲਮਾਨਾਂ ਦੇ ਆਰਕਸ਼ਣ ਨੂੰ ਮੁੱਦਾ ਬਣਾ ਰਹੇ ਨੇ, ਜਦਕਿ 10 ਸਾਲ ਤੱਕ ਉਹਨਾਂ ਦੀ ਸਰਕਾਰ ਸੀ। ਉਹਨਾਂ ਨੇ ਕਿਉਂ ਕੋਈ ਇਸ ਮਾਮਲੇ ਤੇ ਕਦਮ ਕਿਉਂ ਨਹੀਂ ਉਠਾਇਆ। कोरोना की वैक्सीन कोविशील्ड तो होने वाले साइड इफेक्ट वाले मामले ते सुप्रीम कोर्ट दे विच लाई गई याचिका ते सुप्रीम कोर्ट सुनवाई करन ते सहमत हो गया है। अजे सुप्रीम कोर्ट ने तारीख नहीं दसी है, पर सुप्रीम कोर्ट ने यह सहमति जताई है कि असी कोविशील्ड वाले मामले ते होने वाले साइड इफेक्टां वाले मामले ते पूरी सुनवाई करांगे। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ। ਉਹ ਹੈਗੀ ਆ ਕਨ੍ਹਈਆ ਕੁਮਾਰ ਨੇ ਅੱਜ ਆਪਣਾ ਨੋਮੀਨੇਸ਼ਨ ਦਾਖਲ ਕੀਤਾ ਸੀ ਦਿੱਲੀ ਦੀ ਉੱਤਰ ਪੂਰਬੀ ਸੀਟ ਤੋਂ। ਉਹਨਾਂ ਦੇ ਖਿਲਾਫ ਮਨੋਜ ਤਿਵਾੜੀ BJP ਤੋਂ ਚੋਣ ਲੜ ਰਹੇ ਹਨ ਤੇ ਮਨੋਜ ਤਿਵਾੜੀ ਆਪਾਂ ਨੂੰ ਪਤਾ ਕਿ BJP ਦੇ ਸਟੇਟ ਦੇ ਪ੍ਰੈਜ਼ੀਡੈਂਟ ਵੀ ਸੀਗੇ ਤੇ ਬਹੁਤ ਕਲੋਜ਼ ਮੰਨੇ ਜਾਂਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਨ੍ਹਈਆ ਕੁਮਾਰ ਸਾਲ 2016 ਚ ਸਭ ਤੋਂ ਪਹਿਲਾਂ ਲਾਈਮਲਾਈਟ ਚ ਆਇਆ ਸੀਗਾ। JNU ਦਾ ਪ੍ਰੈਜ਼ੀਡੈਂਟ ਹੁੰਦਾ ਸੀਗਾ। ਅਸੀਂ ਵੀ ਉਦੋਂ IIMC ਦੇ ਵਿੱਚ ਸੀਗੇ। IIMC ਤੇ JNU ਦਾ ਇੱਕ ਹੀ ਕੈਂਪਸ ਹੈਗਾ ਤੇ ਅਸੀਂ ਸਾਰਾ ਉਹ ਜਿਹੜਾ ਮਾਮਲਾ ਹੋਇਆ ਸੀ ਉਹ ਵੀ ਆਪਣੀ ਅੱਖੀਂ ਦੇਖਿਆ ਸੀਗਾ। ਤੇ ਉਸ ਟਾਈਮ ਪਹਿਲੀ ਵਾਰ ਕਨ੍ਹਈਆ ਕੁਮਾਰ ਪੂਰੇ ਮੁਲਕ 'ਚ ਉੱਭਰ ਕੇ ਆਇਆ ਸੀਗਾ। ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀਗਾ। ਜੀ ਨਿਊਜ਼ ਨੇ ਇੱਕ ਡਾਕਟਰਡ ਵੀਡੀਓ ਚਲਾਇਆ ਸੀਗਾ ਜਿਹਦੇ 'ਚ ਕੁਝ ਜਿਹੜੇ ਸਟੂਡੈਂਟ ਸੀਗੇ ਉਹ ਨਾਰੇ ਲਾਉਂਦੇ ਦਿਖਾਈ ਦੇ ਰਹੇ ਸੀ, ਜਿਹਦੇ 'ਚ ਕਸ਼ਮੀਰ ਦੀ ਆਜ਼ਾਦੀ ਤੇ ਪਾਕਿਸਤਾਨ ਜਿੰਦਾਬਾਦ ਇਸ ਕਿਸਮ ਦੇ ਨਾਰੇ ਲਾਉਂਦੇ ਦਿਖਾਈ ਦੇ ਰਹੇ ਸੀ ਤੇ ਉਹ ਜੀ ਨਿਊਜ਼ ਤੇ ਸਭ ਤੋਂ ਪਹਿਲਾਂ ਵੀਡੀਓ ਚਲਾਇਆ ਗਿਆ ਸੀ। ਉਸ ਤੋਂ ਬਾਅਦ 7 ਸਟੂਡੈਂਟਾਂ ਦੇ ਉੱਪਰ ਕਾਰਵਾਈ ਕਰਕੇ ਉਹਨਾਂ ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀਗਾ। ਕਨ੍ਹਈਆ ਕੁਮਾਰ ਉਹਨਾਂ 'ਚ ਇੱਕ ਸੀਗਾ ਤੇ ਕਨ੍ਹਈਆ ਕੁਮਾਰ ਦੀ ਗ੍ਰਿਫਤਾਰੀ ਹੋ ਗਈ ਸੀਗੀ। ਬਾਕੀ ਜਿਹੜੇ ਸਟੂਡੈਂਟ ਸੀਗੇ ਉਹ ਹੋਸਟਲਾਂ 'ਚ ਛੁਪ ਗਏ ਸੀਗੇ ਤੇ ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਹੋਈਆਂ। ਤੇ ਉਸ ਤੋਂ ਬਾਅਦ ਇੱਕ ਵੱਡਾ ਮੂਵਮੈਂਟ ਪੂਰੇ ਮੁਲਕ ਭਰ 'ਚ ਬਿਲਡ ਕੀਤਾ ਲੈਫਟ ਵਾਲਿਆਂ ਨੇ ਤੇ ਕਨ੍ਹਈਆ ਕੁਮਾਰ ਨੂੰ ਛਡਾਇਆ ਗਿਆ ਤੇ ਕਨ੍ਹਈਆ ਕੁਮਾਰ ਇੱਕ ਹੀਰੋ ਵਾਂਗ ਉੱਭਰ ਕੇ ਆਏ ਸੀਗੇ। ਬਾਅਦ 'ਚ ਫਿਰ ਉਹਦੀ ਓਰੇਟਰੀ ਸਕਿੱਲਸ ਕਰਕੇ ਪੂਰੇ ਮੁਲਕ ਭਰ 'ਚ ਉਹਨੇ ਘੁੰਮ ਕੇ ਨਰਿੰਦਰ ਮੋਦੀ ਦੇ ਖਿਲਾਫ ਭਾਸ਼ਣ ਦਿੱਤੇ। ਪਹਿਲਾਂ ਉਹ ਲੈਫਟ ਦੀ ਪਾਰਟੀ CPI 'ਚ ਹੁੰਦਾ ਸੀਗਾ। 2019 ਦਾ ਲੋਕ ਸਭਾ ਦਾ ਚੋਣ ਬਿਹਾਰ ਦੀ ਬੇਗੂਸਰਾਏ ਸੀਟ ਤੋਂ ਵੀ ਲੜਿਆ ਉਹਨੇ, ਪਰ ਉੱਥੋਂ ਹਾਰ ਗਿਆ ਸੀਗਾ। ਗਿਰਿਰਾਜ ਸਿੰਘ ਦੇ ਖਿਲਾਫ ਲੜਿਆ ਸੀਗਾ। ਜਿਹੜੇ ਮੁਲਕ ਦੇ ਸਾਰੇ ਲਿਬਰਲ ਤੇ ਲੈਫਟ ਲਿਬਰਲ ਹੈਗੇ ਆ ਸਾਰੇ ਉੱਥੇ ਹੀ ਡੇਰਾ ਲਾਏ ਹੋਏ ਸੀ ਕਨ੍ਹਈਆ ਕੁਮਾਰ ਨੂੰ ਜਿਤਾਉਣ ਵਾਸਤੇ, ਪਰ ਉੱਥੋਂ ਕਨ੍ਹਈਆ ਕੁਮਾਰ ਹਾਰ ਗਿਆ ਸੀਗਾ ਤੇ ਗਿਰਿਰਾਜ ਸਿੰਘ BJP ਦਾ ਜਿੱਤਿਆ ਸੀਗਾ। ਉਸ ਤੋਂ ਬਾਅਦ ਕਨ੍ਹਈਆ ਕੁਮਾਰ ਸਾਲ 2020 'ਚ
ਜਦੋਂ ਕਰੋਨਾ ਫੈਲ ਰਿਹਾ ਸੀ ਉਦੋਂ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਿਆ ਸੀਗਾ ਤੇ ਕਾਂਗਰਸ ਪਾਰਟੀ ਦੇ ਵਿੱਚ ਰਾਹੁਲ ਗਾਂਧੀ ਦੇ ਖਾਸੇ ਨੇੜੇ ਆ ਗਿਆ ਸੀਗਾ। ਰਾਹੁਲ ਗਾਂਧੀ ਨੇ ਉਹਨੂੰ ਜਿਹੜਾ ਸਟੂਡੈਂਟ ਵਿੰਗ ਹੈ ਕਾਂਗਰਸ ਦਾ NSPI ਉਹ ਸਾਂਭਣ ਦੀ ਪੂਰੀ ਜ਼ਿੰਮੇਵਾਰੀ ਦਿੱਤੀ ਸੀਗੀ ਤੇ ਹੁਣ ਦਿੱਲੀ ਦੀ ਜਿਹੜੀ ਉੱਤਰ ਪੂਰਬੀ ਸੀਟ ਹੈਗੀ ਆ ਉੱਥੋਂ ਉਹਨੂੰ MP ਦਾ ਚੋਣ ਲੜਾ ਰਹੇ ਹਨ। ਉਦਾਂ ਤਾਂ ਜਿਹੜਾ ਕਨ੍ਹਈਆ ਕੁਮਾਰ ਦਾ ਦਾਅਵਾ ਸੀਗਾ ਉਹ ਬੇਗੂਸਰਾਏ ਸੀਟ ਤੋਂ ਹੀ ਸੀਗਾ, ਬਿਹਾਰ ਦੀ ਬੇਗੂਸਰਾਏ ਸੀਟ ਤੋਂ ਹੀ ਉਹ ਚੋਣ ਲੜਨਾ ਚਾਹ ਰਿਹਾ ਸੀ, ਪਰ ਉੱਥੇ ਲਾਲੂ ਯਾਦਵ ਦਾ ਮੁੰਡਾ ਤੇਜਸਵੀ ਯਾਦਵ ਉਹਨੇ ਕਿਹਾ ਕਿ ਇਹਦੀ ਕੋਈ ਲੋੜ ਨਹੀਂ ਹੈ ਤੇ ਕਾਂਗਰਸ ਅਤੇ ਤੇਜਸਵੀ ਯਾਦਵ ਹੋਰਾਂ ਦਾ, ਲਾਲੂ ਯਾਦਵ ਦੀ ਪਾਰਟੀ ਦਾ ਉੱਥੇ ਅਲਾਇੰਸ ਹੈਗਾ ਤੇ ਉਹਨਾਂ ਨੇ ਅਡੰਗਾ ਅੜਾ ਕੇ ਜਿਹੜਾ ਕਨ੍ਹਈਆ ਕੁਮਾਰ ਦੀ ਬੇਗੂਸਰਾਏ ਤੋਂ ਟਿਕਟ ਕਟਵਾਤੀ ਸੀਗੀ। ਉਸ ਤੋਂ ਬਾਅਦ ਰਾਹੁਲ ਗਾਂਧੀ ਤੇ ਵੀ ਪ੍ਰੈਸ਼ਰ ਪਾਇਆ ਕਨ੍ਹਈਆ ਕੁਮਾਰ ਹੋਰਾਂ ਨੇ ਤੇ ਕਨ੍ਹਈਆ ਕੁਮਾਰ ਨੂੰ ਦਿੱਲੀ ਦੀ ਉੱਤਰ ਪੂਰਬੀ ਸੀਟ ਤੋਂ ਟਿਕਟ ਦਿੱਤੀ ਗਈ ਤੇ ਅੱਜ ਉਹਨੇ ਨੋਮੀਨੇਸ਼ਨ ਫਾਈਲ ਕਰ ਦਿੱਤਾ। ਪਰ ਇਹਦੇ ਰਿਪਰਕਸ਼ਨਸ ਦਿੱਲੀ ਦੇ ਵਿੱਚ ਵੀ ਦੇਖਣ ਨੂੰ ਮਿਲੇ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਅਲਾਇੰਸ ਹੈਗਾ ਤੇ ਕਾਂਗਰਸ ਨੂੰ ਸਿਰਫ 3 ਸੀਟਾਂ ਉੱਥੇ ਮਿਲੀਆਂ ਹੈਗੀਆਂ, ਟੋਟਲ 7 ਸੀਟਾਂ ਹੈਗੀਆਂ, 4 ਸੀਟਾਂ ਤੇ ਆਮ ਆਦਮੀ ਪਾਰਟੀ ਉੱਥੇ ਚੋਣ ਲੜ ਰਹੀ ਹੈ। ਰਿਪਰਕਸ਼ਨਸ ਕੀ ਹੋਏ ਕਿ ਜਿਹੜੇ ਕਾਂਗਰਸ ਦੇ ਉੱਥੋਂ ਪ੍ਰਧਾਨ ਸੀਗੇ, ਪ੍ਰੈਜ਼ੀਡੈਂਟ ਸੀਗੇ ਅਰਵਿੰਦ ਸਿੰਘ ਲਵਲੀ, ਉਹ ਪਾਰਟੀ ਨੂੰ ਛੱਡ ਕੇ ਚਲੇ ਗਏ ਤੇ ਜਿਹੜਾ ਸ਼ੀਲਾ ਦੀਕਸ਼ਿਤ ਦਾ ਮੁੰਡਾ ਹੈਗਾ ਉਹ ਵੀ ਕਿਤੇ ਨਾ ਕਿਤੇ ਇਸ ਪੂਰੇ ਪ੍ਰਕਰਣ 'ਚ ਨਾਰਾਜ਼ ਹੈਗਾ। ਸ਼ੀਲਾ ਦੀਕਸ਼ਿਤ ਦਾ ਮੁੰਡਾ ਉੱਥੋਂ ਟਿਕਟ ਸੰਦੀਪ ਦੀਕਸ਼ਿਤ ਉੱਥੋਂ ਟਿਕਟ ਮੰਗ ਰਿਹਾ ਸੀਗਾ, ਪਰ ਸੰਦੀਪ ਦੀਕਸ਼ਿਤ ਨੂੰ ਉੱਥੋਂ ਟਿਕਟ ਨਾ ਦੇ ਕੇ ਕਨ੍ਹਈਆ ਕੁਮਾਰ ਨੂੰ ਚੋਣ ਲੜਾਇਆ ਜਾ ਰਿਹਾ ਹੈ। ਹੁਣ BJP ਵਾਲੇ ਉੱਥੇ ਮੁੱਦਾ ਬਣਾ ਰਹੇ ਨੇ ਕਿ ਦੇਖੋ ਇਹ ਤਾਂ ਦੇਸ਼ ਦਰੋਹ ਦੇ ਨਾਰੇ ਲਾਉਣ ਵਾਲਿਆਂ ਨੂੰ ਟਿਕਟਾਂ ਦੇ ਰਹੇ ਨੇ ਤੇ ਟੁਕੜੇ ਗੈਂਗ ਇੱਕ ਪਾਪੂਲਰ ਨੈਰੇਟਿਵ ਇਹਨਾਂ ਮੁੰਡਿਆਂ ਖਿਲਾਫ ਬਿਲਡ ਕੀਤਾ ਗਿਆ ਸੀਗਾ ਤੇ ਉਸੇ ਤੇ ਹੀ BJP ਦਿੱਲੀ ਦਾ ਆਪਣਾ ਸਾਰਾ ਚੋਣ ਖੜਾ ਕਰ ਰਹੀ ਹੈ ਕਿ ਦੇਖੋ ਕਾਂਗਰਸ ਨੇ ਟੁਕੜੇ ਗੈਂਗ ਦੇ ਮੈਂਬਰ ਨੂੰ ਇੱਥੇ ਦਿੱਲੀ ਦੇ ਵਿੱਚ ਟਿਕਟ ਦਿੱਤੀ ਹੈ ਤੇ ਉਹਨੂੰ ਚੋਣ ਲੜਾ ਰਹੀ ਹੈ। ਤੇ ਜਿਹੜਾ ਪੂਰਾ NCR ਹੈ ਜਿਹਦੇ 'ਚ ਹਰਿਆਣੇ ਦੀ ਵੀ 2-3 ਸੀਟਾਂ ਆਉਂਦੀਆਂ ਨੇ, ਸੋਨੀਪਤ ਤੇ ਗੁੜਗਾਂਵ, ਫਰੀਦਾਬਾਦ, 7 ਸੀਟਾਂ ਦਿੱਲੀ ਦੀਆਂ ਹੋ ਗਈਆਂ ਤੇ 3-4 ਸੀਟਾਂ ਉੱਤਰ ਪ੍ਰਦੇਸ਼ ਦੀਆਂ ਹੋ ਗਈਆਂ। ਹਾਲਾਂਕਿ ਉੱਤਰ ਪ੍ਰਦੇਸ਼ ਦੀ ਜਿਹੜੀ ਸੀਟਾਂ ਹੈਗੀਆਂ ਉੱਥੇ ਚੋਣ ਹੋ ਚੁੱਕਿਆ, ਸਿਰਫ ਦਿੱਲੀ ਅਤੇ ਹਰਿਆਣੇ ਦੀ ਸੀਟਾਂ ਤੇ ਚੋਣ ਬਚਿਆ ਹੋਇਆ ਤੇ 7 ਦਿੱਲੀ ਦੀਆਂ ਹੋ ਗਿਆ, 3 ਹਰਿਆਣੇ ਵਾਲੀਆਂ ਹੋ ਗਿਆ ਜਿਹੜੇ ਕਿ NCR ਰੀਜਨ ਪੈਂਦਾ, ਫਰੀਦਾਬਾਦ, ਗੁੜਗਾਂਵ ਅਤੇ ਸੋਨੀਪਤ ਤੇ 10 ਸੀਟਾਂ ਤੇ ਕਿਤੇ ਨਾ ਕਿਤੇ BJP ਹੁਣ ਟੁਕੜੇ ਗੈਂਗ ਵਾਲਾ ਜਿਹੜਾ ਪੂਰਾ ਨੈਰੇਟਿਵ ਹੈ ਉਹ ਸਿਰਜੂਗੀ ਕਨ੍ਹਈਆ ਕੁਮਾਰ ਦੇ ਖਿਲਾਫ ਤੇ ਕਨ੍ਹਈਆ ਕੁਮਾਰ ਕਰਕੇ ਜਿਹੜੀ ਦਿੱਲੀ ਦੀ ਕਾਂਗਰਸ ਹੈ ਉਹਦੇ ਵਿੱਚ ਵੀ ਫੁੱਟਾਪਨ ਦੇਖਣ ਨੂੰ ਮਿਲ ਰਹੀ ਹੈ। ਉੱਥੋਂ ਬਹੁਤ ਸਾਰੇ ਬੰਦੇ ਛੱਡ ਕੇ ਕਾਂਗਰਸ ਨੂੰ ਚਲੇ ਗਏ ਹੈਗੇ। ਹਾਲਾਂਕਿ ਸੰਦੀਪ ਦੀਕਸ਼ਿਤ ਅਜੇ ਵੀ ਕਾਂਗਰਸ 'ਚ ਹੀ ਹੈਗਾ, ਪਰ ਅਰਵਿੰਦਰ ਸਿੰਘ ਲਵਲੀ ਆਪਣੇ ਬੰਦਿਆਂ ਨੂੰ ਲੈ ਕੇ BJP 'ਚ ਵਗ ਗਿਆ ਹੈਗਾ ਕਿਉਂਕਿ ਇਹ ਹੋਇਆ ਚੱਕਰ ਕਿ 3 ਸੀਟਾਂ ਤੇ ਕਿਸੇ ਨੂੰ ਵੀ ਦਿੱਲੀ ਦੀ ਜਿਹੜੀ ਯੂਨਿਟ ਹੈਗੀ ਆ ਉਹ ਉਹਨਾਂ ਦੀ ਕਿਸੇ ਦੀ ਨਹੀਂ ਚੱਲੀ। ਇੱਕ ਜਿਹੜਾ ਉਦਿਤ ਰਾਜ ਹੈਗਾ ਉਹ ਵੀ ਰਾਹੁਲ ਗਾਂਧੀ ਵੱਲੋਂ ਟਿਕਟ ਹੋਇਆ ਸੀਗਾ ਤੇ ਇਹਦਾ ਵੀ ਟਿਕਟ ਕਿਤੇ ਨਾ ਕਿਤੇ ਰਾਹੁਲ ਗਾਂਧੀ ਵੱਲੋਂ ਹੋਇਆ ਕਨ੍ਹਈਆ ਕੁਮਾਰ ਦਾ। ਇਸ ਕਰਕੇ ਜਿਹੜੀ ਉੱਥੋਂ ਦੀ ਕਾਂਗਰਸ ਹੈਗੀ ਹੈ, ਲੋਕਲ ਕਾਂਗਰਸ, ਉਹਦੇ 'ਚ ਇੱਕ ਗੁੱਸਾ ਸੀਗਾ ਕਿ ਅਸੀਂ ਇੱਥੇ ਕਾਂਗਰਸ ਚਲਾ ਰਹੇ ਹਾਂ, ਸਾਨੂੰ ਟਿਕਟਾਂ ਵੰਡਣ ਦਾ ਕੋਈ ਰਾਹ ਹਿੱਲਾ ਕੁਛ ਛੱਡਿਆ ਹੀ ਨਹੀਂ। 3 ਸੀਟ ਉੱਦਾਂ ਹੀ 3 ਸੀਟਾਂ ਮਿਲੀਆਂ ਸੀਗੀਆਂ ਤੇ 3 ਸੀਟਾਂ ਤੇ ਤੁਸੀਂ ਆਪ ਹੀ ਟਿਕਟਾਂ ਵੰਡ ਕੇ ਘਰੇ ਬਹਿ ਗਏ ਹੋ ਤੇ ਇਸ ਕਿਸਮ ਦਾ ਪੂਰਾ ਮਾਹੌਲ ਹੋ ਗਿਆ ਸੀਗਾ। ਹੁਣ ਆਪਾਂ ਇਸ ਤੋਂ ਜਿਹੜੀ ਅਗਲੀ ਖਬਰ ਹੈਗੀ ਆ ਕਨ੍ਹਈਆ ਕੁਮਾਰ ਤੋਂ ਅਗਲੀ ਖਬਰ ਉਹ ਆਪਾਂ ਗੱਲ ਕਰਦੇ ਹਾਂ। ਉਹ ਹੈਗੀ ਆ ਜਿਹੜੇ ਮੁਲਕ ਦੇ ਗ੍ਰਹਿ ਮੰਤਰੀ ਹੈਗੇ ਆ ਉਹ ਅੱਜਕੱਲ ਬੰਗਾਲ 'ਚ ਡੇਰਾ ਡਾਲੇ ਹੋਏ ਨੇ ਤੇ ਉੱਥੇ ਉਹ ਲਗਾਤਾਰ ਰੈਲੀਆਂ ਸੰਬੋਧਿਤ ਕਰ ਰਹੇ ਨੇ ਤੇ ਉੱਥੇ ਉਹ ਪੂਰਾ ਹਿੰਦੂ ਮੁਸਲਮਾਨ ਵਾਲਾ ਨੈਰੇਟਿਵ ਬਣਾਉਣ ਤੇ ਲੱਗੇ ਹੋਏ ਨੇ ਤੇ ਉਹਨਾਂ ਨੇ ਪਹਿਲਾਂ ਵੀ ਬਿਆਨ ਦੇ ਕੇ ਕਿਹਾ ਸੀਗਾ ਕਿ ਜੇ ਬੰਗਾਲ ਸਾਨੂੰ 35 ਸੀਟਾਂ ਦੇ ਦੂਗਾ ਤਾਂ ਅਸੀਂ ਜਿਹੜਾ ਉੱਥੇ ਘੁਸਪੈਠੀਏ ਹੈਗੇ ਆ ਬੰਗਲਾਦੇਸ਼ ਤੋਂ ਆਉਣ ਵਾਲੇ ਮੁਸਲਮਾਨ ਹੈਗੇ ਉਹਨਾਂ ਤੋਂ ਪਿੱਛਾ ਬੰਗਾਲ ਵਾਲਿਆਂ ਦਾ ਛਡਵਾ ਦਾਂਗੇ। ਤੇ ਅੱਜ ਵੀ ਉਹਨਾਂ ਨੇ ਇਸੇ ਕਿਸਮ ਦੀ ਗੱਲ ਕਹੀ। ਉਹਨਾਂ ਨੇ ਕਿਹਾ ਕਿ ਜਿਹੜੀ ਮਮਤਾ ਬਨਰਜੀ ਹੈ ਇਹਨੂੰ ਅਸੀਂ ਰਾਮ ਮੰਦਿਰ ਦੇ ਉਦਘਾਟਨ ਦਾ ਸੱਦਾ ਭੇਜਿਆ ਸੀਗਾ ਪਰ ਇਹ ਉੱਥੇ ਰਾਮ ਮੰਦਿਰ ਦੇ ਦਰਸ਼ਨ ਕਰਨ ਗਈ ਨਹੀਂ ਤੇ ਉਹ ਇਸ ਕਰਕੇ ਨਹੀਂ ਗਈ ਕਿਉਂਕਿ ਇਹਨੂੰ ਡਰ ਸੀਗਾ ਕਿ ਕਦੇ ਜਿਹੜਾ ਮੇਰਾ ਵੋਟ ਬੈਂਕ ਹੈ ਘੁਸਪੈਠੀਆਂ ਵਾਲਾ ਮੁਸਲਮਾਨਾਂ ਵਾਲਾ ਜਿਹੜਾ ਵੋਟ ਬੈਂਕ ਹੈ ਉਹ ਨਾ ਟੁੱਟ ਜੇ। ਇਸ ਕਰਕੇ ਰਾਮ ਲੱਲਾ ਦੇ ਦਰਸ਼ਨ ਨਹੀਂ ਕਰਨਗੀ। ਦੇਖੋ ਇਹਦੀ ਕਿਸ ਕਿਸਮ ਦੀ ਸੋਚ ਹੈ, ਤਾਂ ਐਂਟੀ ਹਿੰਦੂ ਹੈ। ਇਸ ਕਿਸਮ ਦਾ ਪੂਰਾ ਨੈਰੇਟਿਵ BJP ਅਤੇ ਅਮਿਤ ਸ਼ਾਹ ਮਮਤਾ ਬਨਰਜੀ ਦੇ ਖਿਲਾਫ ਵਿੱਢਣ 'ਚ ਲੱਗੇ ਹੋਏ ਹਨ ਪੱਛਮੀ ਬੰਗਾਲ 'ਚ ਤੇ ਉਹਨਾਂ ਨੇ ਪੂਰੀ ਆਪਣੀ ਤਾਕਤ ਝੋਕੀ ਹੋਈ ਹੈ। ਲਗਾਤਾਰ ਉੱਥੇ ਰੈਲੀਆਂ ਕਰ ਰਹੇ ਨੇ ਤੇ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਪੜੋਸ ਵਾਲਾ ਰਾਜ ਹੈਗਾ ਬੰਗਾਲ ਦੇ ਪੜੋਸ ਵਾਲਾ ਉਹ ਹੈਗਾ ਉੜੀਸਾ, ਉੱਥੇ ਰੈਲੀ ਨੂੰ ਸੰਬੋਧਿਤ ਕਰ ਰਹੇ ਸੀਗੇ। ਜਿਹੜਾ BJP ਨੂੰ ਲੱਗ ਰਿਹਾ ਕਿ ਅਸੀਂ ਜਿਹੜੀ ਮਾਰ ਖਾਵਾਂਗੇ ਪੰਜਾਬ 'ਚ, ਹਰਿਆਣੇ 'ਚ ਜਾਂ ਫਿਰ ਰਾਜਸਥਾਨ 'ਚ, ਉਹਦਾ ਡੈਂਟ ਆਪਾਂ ਪੱਛਮੀ ਬੰਗਾਲ ਜਾਂ ਫਿਰ ਉੜੀਸਾ 'ਚ ਕਵਰ ਕਰੀਏ। ਇਸ ਕਰਕੇ ਜਿਹੜੀ ਮੈਕਸਿਮਮ ਰੈਲੀਆਂ ਹੈਗੀਆਂ ਅਮਿਤ ਸ਼ਾਹ ਅਤੇ ਜਿਹੜਾ ਨਰਿੰਦਰ ਮੋਦੀ ਉਹ ਉੜੀਸਾ ਅਤੇ ਪੱਛਮੀ ਬੰਗਾਲ ਨੂੰ ਫੋਕਸ ਕਰਕੇ ਕਰ ਰਹੇ ਨੇ ਤਾਂ ਕਿ ਉੱਥੇ 10-12 ਸੀਟਾਂ ਅਸੀਂ ਵਧਾ ਲਈਏ। ਮਹਾਰਾਸ਼ਟਰ ਦੇ ਵਿੱਚ ਵੀ ਉਹਨਾਂ ਦੀ ਸੀਟਾਂ ਕਮ ਹੋਣਗੀਆਂ BJP ਦੀਆਂ, ਕਰਨਾਟਕ ਦੇ ਵਿੱਚ ਵੀ BJP ਦੀਆਂ ਸੀਟਾਂ ਕਮ ਹੋਣਗੀਆਂ ਤੇ ਬਿਹਾਰ ਦੇ ਵਿੱਚ ਵੀ ਸੀਟਾਂ ਕਮ ਹੋਣਗੀਆਂ ਤੇ ਇਸ ਹਿਸਾਬ ਨਾਲ ਜਿਹੜੇ 6 ਰਾਜ ਇਦਾਂ ਦੇ ਬਣ ਗਏ ਜਿੱਥੇ
ਬੀਜੇਪੀ ਦੀਆਂ ਸੀਟਾਂ ਘੱਟ ਹੋ ਰਹੀਆਂ ਹਨ। ਇਸ ਕਰਕੇ ਉਹ ਜਿਹੜਾ ਉੜੀਸਾ ਅਤੇ ਬੰਗਾਲ ਨੂੰ ਟਾਰਗੇਟ ਕਰ ਰਹੇ ਨੇ ਤਾਂ ਕਿ ਉੱਥੋਂ ਜਿਹੜਾ ਇੱਥੋਂ ਘਾਟਾ ਹੋ ਰਿਹਾ ਉੱਥੇ ਜਾ ਕੇ ਉਹ ਰਿਕਵਰ ਕਰ ਸਕਣ। ਹਾਲਾਂਕਿ ਦੇਖਣਾ ਹੋਊਗਾ ਕਿ ਕਿੰਨਾ ਰਿਕਵਰ ਕਰ ਪਾਣਗੇ। ਅੱਜ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਗੇ ਆ ਉਹਨਾਂ ਨੇ ਜਿਹੜਾ ਪੂਰਾ ਇੱਕ ਉਹਨਾਂ ਦੇ ਖਿਲਾਫ ਇੰਡੀਆ ਅਲਾਈਅੰਸ ਹੈਗਾ, ਕਾਂਗਰਸ ਅਤੇ ਬਾਕੀ ਜਿਹੜੇ ਉਹਦੇ ਘਟਕ ਦਲ ਹੋ ਗਏ, ਉਹਨਾਂ ਨੂੰ ਚੋਰ ਭ੍ਰਿਸ਼ਟਾਚਾਰੀ ਦੱਸਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕਿਹਾ ਕਿ ਦੇਖੋ ਝਾਰਖੰਡ ਜਿਹੜਾ ਪੜੋਸ ਵਾਲਾ ਰਾਜ ਹੈ ਝਾਰਖੰਡ, ਉੱਥੇ ਨੋਟਾਂ ਦੇ ਪੂਰੇ ਪਹਾੜ ਮਿਲ ਰਹੇ ਨੇ ਤੇ ਅਸੀਂ ਇੱਕ ਪੈਸਾ ਵੀ ਨਹੀਂ ਖਾਣ ਦੇਵਾਂਗੇ ਇਹਨਾਂ ਨੂੰ, ਤੇ ਤੁਸੀਂ ਜਾ ਕੇ ਟੀਵੀ ਦੇਖੋ ਕਿਵੇਂ ਭ੍ਰਿਸ਼ਟਾਚਾਰ ਕਰ ਰਹੇ ਨੇ। ਜਿਹੜਾ ਮਤਲਬ ਆਪਾਂ ਇਹਦੇ ਨਾਲ ਹੀ ਲੱਗਦੀ ਗੱਲ ਜਿਹੜੀ ਖਬਰ ਹੈ ਉਹਦੇ ਬਾਰੇ ਵੀ ਗੱਲ ਕਰ ਹੀ ਲੈਂਦੇ ਆ। ਝਾਰਖੰਡ ਦੇ ਵਿੱਚ ਅਸਲ 'ਚ ਅੱਜ ਜਿਹੜੀ ਝਾਰਖੰਡ ਦੀ ਰਾਜਧਾਨੀ ਰਾਂਚੀ, ਉੱਥੇ ਛਾਪੇਮਾਰੀ ਹੋਈ ਸੀਗੀ ਤੇ ਉੱਥੇ ਕਈ ਥਾਵਾਂ ਤੇ ਛਾਪੇਮਾਰੀ ਹੋਈ, ਕਰੋੜਾਂ ਰੁਪਇਆ ਉੱਥੋਂ ਫੜਿਆ ਗਿਆ। ਹਾਲਾਂਕਿ ਈਡੀ ਨੇ ਕੋਈ ਇਹ ਕਲੈਰੀਫਾਈ ਨਹੀਂ ਕੀਤਾ ਕਿ ਕਿੰਨਾ ਰੁਪਇਆ ਫੜਿਆ ਤੇ ਈਡੀ ਨੇ ਕੋਈ ਮਤਲਬ ਸਟੇਟਮੈਂਟ ਵੀ ਨਹੀਂ ਜਾਰੀ ਕੀਤੀ ਹੈ। ਹਾਲਾਂਕਿ ANI ਤੇ ਜਾਂ ਫਿਰ ਸਾਡੇ ਵਰਗੇ ਪੱਤਰਕਾਰਾਂ ਕੋਲ ਵਿਜ਼ੂਅਲ ਆ ਗਏ ਹੈਗੇ ਆ ਜਿਸ 'ਚ ਬੈਡ ਤੇ ਬਹੁਤ ਵੱਡੀ ਮਾਤਰਾ 'ਚ ਵੱਡਾ ਅਮਾਉਂਟ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਤੇ ਉਹ ਵਿਜ਼ੂਅਲਾਂ 'ਚ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਕਿ ਕਈ ਥਾਵਾਂ ਤੇ ਰੇਡ ਕੀਤੀ ਹੈ ਤੇ ਕਰੋੜਾਂ ਰੁਪਈਆਂ ਦਾ ਕਲੈਕਸ਼ਨ ਜਿਹੜਾ ਹੈਗਾ ਰਿਕਵਰੀ ਹੈਗੀ ਉਹ ਈਡੀ ਨੇ ਕੀਤੀ ਹੈ। ਇੱਕ ਜਿਹੜੀ ਰੇਡ ਹੈਗੀ ਆ ਉਹ ਕਾਂਗਰਸ ਦੇ ਮੰਤਰੀ ਉੱਥੇ ਜਿਹੜੀ ਹੇਮੰਤ ਸੋਰੇਨ ਹੋਰਾਂ ਦੀ ਸਰਕਾਰ ਹੈਗੀ ਆ ਉਹ ਉੱਥੇ ਉਹਨਾਂ ਦੀ ਪਾਰਟੀ ਤਾਂ ਹੈਗੀ ਝਾਰਖੰਡ ਮੁਕਤੀ ਮੋਰਚਾ JMM, ਪਰ ਉਹਨਾਂ ਦਾ ਅਲਾਈਅੰਸ ਕਾਂਗਰਸ ਨਾਲ ਹੈਗਾ ਤੇ ਕਾਂਗਰਸ ਦੇ ਕੋਟੇ ਤੋਂ ਇੱਕ ਮੰਤਰੀ ਹੈਗਾ ਆਲਮਗੀਰ, ਉਹ ਤੇ ਨੌਕਰ ਦੇ ਘਰੋਂ ਮਿਲਿਆ 25 ਕਰੋੜ ਰੁਪਇਆ। ਇਹ ਅਜੇ ਈਡੀ ਨੇ ਕੋਈ ਕਨਫਰਮ ਨਹੀਂ ਕੀਤਾ, ਬਸ ANI ਵਗੈਰਾ ਤੇ ਜਾਂ ਫਿਰ ਨਿਊਜ਼ ਮੀਡੀਆ ਤੇ ਖਬਰ ਆ ਰਹੀ ਹੈ ਕਿ 25 ਕਰੋੜ ਰੁਪਇਆ ਕਾਂਗਰਸ ਦੇ ਮੰਤਰੀ ਆਲਮਗੀਰ ਤੋਂ ਫੜਿਆ ਗਿਆ ਹੈ। ਤੇ ਕਿਤੇ ਨਾ ਕਿਤੇ ਜਿਹੜਾ ਇਲੈਕਸ਼ਨਾਂ ਦਾ ਦੌਰ ਆਪਾਂ ਨੂੰ ਪਤਾ ਹੈ, ਲੋਕ ਸਭਾ ਇਲੈਕਸ਼ਨ ਹੈਗੇ ਆ, ਇਹ ਲੱਖਾਂ ਰੁਪਈਆਂ ਦੀ ਖੇਡ ਤਾਂ ਹੈ ਨਹੀਂ, ਹਜ਼ਾਰਾਂ ਰੁਪਈਆਂ ਦੀ ਵੀ ਖੇਡ ਨਹੀਂ, ਕਰੋੜਾਂ ਰੁਪਈਆ ਦੀ ਖੇਡ ਹੈ। ਹਰ ਸੀਟ ਤੇ ਕਿਤੇ ਨਾ ਕਿਤੇ ਇੱਕ ਸੀਟ ਤੇ 2-3 4 ਕਰੋੜ ਰੁਪਇਆ ਮਿਨੀਮਮ ਲੱਗਦਾ ਹੈਗਾ। ਪਰ ਈਡੀ ਇੰਨੀ ਐਕਟਿਵ ਹੈਗੀ ਆ ਇਲੈਕਸ਼ਨਾਂ 'ਚ, ਜਿੱਥੇ ਵੀ ਇਹਨਾਂ ਨੂੰ ਲੱਗਦਾ ਕਿ ਵਿਪਕਸ਼ ਵਾਲਿਆਂ ਕੋਲ ਇੱਥੇ ਕੈਸ਼ ਹੋ ਸਕਦਾ ਉੱਥੇ ਹੀ ਜਾ ਕੇ ਛਾਪੇਮਾਰੀ ਕਰ ਦਿੰਦੀ ਹੈ। ਤੇ ਇਹ ਮੈਂ ਵੀ ਆਪਣੇ ਸੋਰਸਿਸ ਤੋਂ ਗੱਲਬਾਤ ਕੀਤੀ ਝਾਰਖੰਡ ਦੇ ਵਿੱਚ ਤੇ ਦੱਸਿਆ ਕਿ ਜਿਹੜਾ ਇਹ ਆਲਮਗੀਰ ਸੀਗਾ ਬੰਦਾ, ਇਹਦੇ ਸਿਰ ਤੇ ਹੀ ਸਾਰਾ ਇਲੈਕਸ਼ਨ ਦਾ ਕੈਂਪੇਨ ਖੜਿਆ ਸੀਗਾ ਤੇ 25 ਮਤਲਬ ਇਹਨੂੰ ਰੁਪਇਆ ਵੀ ਇਸੇ ਕਰਕੇ ਦਿੱਤਾ ਗਿਆ ਸੀਗਾ ਕਿ ਇਹ ਸਾਰਾ ਕੈਂਪੇਨ ਸਾਂਭੇ, JMM ਦਾ ਵੀ ਤੇ ਕਾਂਗਰਸ ਦਾ ਵੀ। ਤੇ ਉੱਥੇ ਜਿਹੜੀ ਝਾਰਖੰਡ ਦੀਆਂ 12 ਸੀਟਾਂ ਹੈਗੀਆਂ ਉੱਥੇ ਉਹਨੇ ਆਪਣਾ 1.5 ਕਰੋੜ 2 ਕਰੋੜ ਰੁਪਏ ਵੰਡਣੇ ਸੀਗੇ ਤਾਂ ਕਿ ਜਿਹੜਾ ਕੈਂਡੀਡੇਟ ਹੈਗੇ ਉਹ ਆਰਾਮ ਨਾਲ ਇਲੈਕਸ਼ਨ ਲੜ ਸਕਣ। ਪਰ ਉਸ ਤੋਂ ਪਹਿਲਾਂ ਹੀ ਨਰਿੰਦਰ ਮੋਦੀ ਨੇ ਈਡੀ ਭੇਜ ਕੇ ਉਹਨਾਂ ਤੋਂ ਪੈਸੇ ਫੜ ਲਏ। ਪਹਿਲਾਂ ਹੀ ਕਾਂਗਰਸ ਪਾਰਟੀ ਦੇ ਖਾਤੇ ਫ੍ਰੀਜ਼ ਕੀਤੇ ਜਾ ਚੁੱਕੇ ਨੇ ਤੇ ਕਾਂਗਰਸ ਪਾਰਟੀ ਨੂੰ ਵੀ ਔਖਾ ਹੋ ਰਿਹਾ ਹੈ। ਤੇ ਜੇ ਉਹਨਾਂ ਕੋਲ ਇੱਕ ਜਿਹੜਾ ਕੈਸ਼ ਵਾਲਾ ਮਨੀ ਹੁੰਦਾ ਜਿਹਨੂੰ ਆਪਾਂ ਬਲੈਕ ਮਨੀ ਕਹਿੰਦੇ ਆ, ਉਹਦੇ ਰਾਹੀਂ ਵੀ ਉਹ ਕਿਤੇ ਨਾ ਕਿਤੇ ਇਲੈਕਸ਼ਨ ਲੜਨਾ ਉਹਨਾਂ ਨੂੰ ਔਖਾ ਹੋ ਰਿਹਾ ਹੈ। ਨਰਿੰਦਰ ਮੋਦੀ ਹੋਰੀ ਈਡੀ ਤੋਂ ਰੇਡ ਕਰਾ ਦੇ ਰਹੇ ਨੇ ਤੇ ਖਾਸਾ ਔਖਾ ਹੋ ਰਿਹਾ ਹੈ। ਝਾਰਖੰਡ ਦੀ ਇੱਕ ਖਬਰ ਹੋ ਰਹੀ, ਝਾਰਖੰਡ ਦੇ ਜਿਹੜੇ ਮੁੱਖ ਮੰਤਰੀ ਹੈਗੇ ਹੇਮੰਤ ਸੋਰੇਨ, ਹਾਲਾਂਕਿ ਹੁਣ ਤਾਂ ਉਹਨਾਂ ਦੀ ਥਾਂ ਤੇ ਦੂਜੇ ਸੋਰੇਨ ਨੂੰ ਮੁੱਖ ਮੰਤਰੀ ਬਣਾਇਆ ਹੋਇਆ ਹੈ। ਪਹਿਲਾਂ ਹੇਮੰਤ ਸੋਰੇਨ ਸੀਗੇ ਤੇ ਹੇਮੰਤ ਸੋਰੇਨ ਅੱਜਕੱਲ ਜੇਲ੍ਹ 'ਚ ਹੈਗੇ ਆ। ਈਡੀ ਨੇ ਉਹਨਾਂ ਦੇ ਖਿਲਾਫ ਲੈਂਡ ਵਾਲੇ ਮਾਮਲੇ ਤੇ 36 ਲੱਖ ਰੁਪਏ ਦੀ ਲੈਂਡ ਦੇ ਫਰੋਡ ਦੇ ਮਾਮਲੇ ਤੇ ਕੇਸ ਕੀਤਾ ਹੋਇਆ ਹੈ ਤੇ ਉਹ ਜੇਲ੍ਹ 'ਚ ਬੈਠੇ ਹੈਗੇ ਆ। ਹਾਈ ਕੋਰਟ ਦੇ ਵਿੱਚ ਯਾਚਕਾ ਲਾਈ ਸੀ, ਜ਼ਮਾਨਤ ਯਾਚਕਾ, ਪਰ ਹਾਈ ਕੋਰਟ ਨੇ ਖਾਰਿਜ ਕਰ ਦਿੱਤੀ ਹੈ। 3 ਮਈ ਨੂੰ ਖਾਰਿਜ ਕੀਤੀ ਸੀਗੀ ਤੇ ਹੁਣ ਜਿਹੜੇ ਉਹਨਾਂ ਦੇ ਵਕੀਲਾਂ ਨੇ ਤਿਆਰੀ ਕਰ ਲਈ ਹੈ ਜਿਹੜਾ ਸੁਪਰੀਮ ਕੋਰਟ ਹੈ ਉਹਦੇ ਵਿੱਚ ਜ਼ਮਾਨਤ ਯਾਚਕਾ ਲਾਉਣ ਦੀ, ਤੇ ਉਹ ਉਹਨਾਂ ਦੇ ਵਕੀਲ ਹੈਗੇ ਉਹ ਸੁਪਰੀਮ ਕੋਰਟ ਆ ਗਏ ਹੈਗੇ। ਉਹਨਾਂ ਦਾ ਕੇਸ ਲਿਸਟ ਹੋਣ ਵਾਲਾ ਹੈਗਾ ਤੇ ਤਰੀਕ ਆ ਜੂਗੀ ਉਦੋਂ ਫਿਰ ਆਪਾਂ ਜਿਸ ਦਿਨ ਪਹਿਲੀ ਤਰੀਕ ਹੋਣੀ ਹੈ ਉਦੋਂ ਆਪਾਂ ਗੱਲ ਕਰਾਂਗੇ। ਹਾਲਾਂਕਿ ਜਿਹੜੀ ਹੇਮੰਤ ਸੋਰੇਨ ਦੀ ਗ੍ਰਿਫਤਾਰੀ ਹੈਗੀ ਆ ਉਹ ਮੈਂ ਉਹਨੂੰ ਨਾਜਾਇਜ਼ ਮੰਨਦਾ। ਉਹਦਾ ਰੀਜ਼ਨ ਇਹ ਹੈ ਕਿ 36 ਲੱਖ ਰੁਪਏ ਦੀ ਜ਼ਮੀਨ ਦਾ ਮਾਮਲਾ ਸਿਰਫ ਪੰਜਾਬ 'ਚ ਤਾਂ ਹਰਿਆਣੇ 'ਚ ਤਾਂ 36 ਲੱਖ ਰੁਪਏ 'ਚ 1 ਏਕੜ ਜ਼ਮੀਨ ਆਉਂਦੀ ਹੈਗੀ ਆ ਤੇ ਉਹ ਬਹੁਤ ਥੋੜੀ ਜਿਹੀ ਜ਼ਮੀਨ ਹੈ। ਉਹਦੇ ਤੇ ਇਹ ਆਰੋਪ ਲਾ ਰਹੇ ਨੇ ਈਡੀ ਵਾਲੇ ਕਿ ਇਹ ਜਿਹੜਾ ਭ੍ਰਿਸ਼ਟਾਚਾਰ ਦਾ ਪੈਸਾ ਆਇਆ ਉਹ ਤੋਂ ਇਹ ਜ਼ਮੀਨ ਖਰੀਦੀ ਹੋਈ ਹੈ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਜ਼ਿਆਦਾ ਧੱਕਾ ਹੈਗਾ ਇੱਕ ਸਟੇਟ ਦੇ ਮੁੱਖ ਮੰਤਰੀ ਦੇ ਖਿਲਾਫ। ਮੈਂ ਤਾਂ ਇਹ ਮੰਨਦਾ ਕਿ 10-12 ਕਰੋੜ ਦਾ ਮਾਮਲਾ ਹੁੰਦਾ ਉਦੋਂ ਸੀਰੀਅਸ ਲਿਆ ਜਾ ਸਕਦਾ ਸੀਗਾ। 36 ਲੱਖ ਰੁਪਈਆ ਤਾਂ ਯਾਰ ਇੱਕ ਜਿਹੜਾ ਆਮ ਕਲਰਕ ਹੈ ਉਹ ਜ਼ਮੀਨ ਖਰੀਦ ਲੈਂਦਾ, 36 ਲੱਖ ਰੁਪਈਏ ਦੀ ਜ਼ਮੀਨ। ਹਾਲਾਂਕਿ ਜਿਹੜਾ ਹੇਮੰਤ ਸੋਰੇਨ ਹੋਰੀ ਕਹਿ ਰਹੇ ਨੇ ਕਿ ਉਹ ਜ਼ਮੀਨ ਸਾਡੇ ਨਾਂ ਤੇ ਵੀ ਨਹੀਂ ਹੈ, ਨਾ ਸਾਡਾ ਕੋਈ ਲੈਣਾ ਦੇਣਾ ਹੈ, ਉਦਾਂ ਹੀ ਸਾਨੂੰ ਸਰਕਾਰ ਬਣਾ ਰਹੇ ਨੇ। ਸੁਪਰੀਮ ਕੋਰਟ ਦੇ ਵਿੱਚ ਜਦੋਂ ਪੂਰਾ ਮਾਮਲਾ ਚੱਲੂਗਾ ਉਦੋਂ ਇੱਥੇ ਆਪਾਂ ਖੁੱਲ ਕੇ ਗੱਲ ਕਰਾਂਗੇ। ਉਸ ਤੋਂ ਜਿਹੜੀ ਅਗਲੀ ਖਬਰ ਹੈਗੀ ਆ ਉਹ ਅਮੇਠੀ ਔਰ ਰਾਏਬਰੇਲੀਆ ਵਾਲੀ ਹੈਗੀ ਆ। ਪਿਛਲੇ ਬੁਲੇਟਿਨ 'ਚ ਵੀ ਮੈਂ ਦੱਸਿਆ ਸੀਗਾ ਕਿ ਅਮੇਠੀ ਤੋਂ ਰਾਹੁਲ ਗਾਂਧੀ ਨੇ ਨੋਮੀਨੇਸ਼ਨ ਨਹੀਂ ਫਾਈਲ ਕੀਤਾ, ਬਲਕਿ ਉੱਥੋਂ ਜਿਹੜਾ ਰਾਏਬਰੇਲੀਆ ਤੇ ਅਮੇਠੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਪ੍ਰਿਯੰਕਾ ਇਹਨਾਂ ਦਾ ਸੋਨੀਆ ਗਾਂਧੀ ਹੋਰਾਂ ਦਾ ਕੰਮ ਸਾਂਭਦਾ ਸੀਗਾ KL ਸ਼ਰਮਾ, ਉਹਨੂੰ ਚੋਣ ਲੜਾ ਰਹੇ ਨੇ ਤੇ ਰਾਏਬਰੇਲੀ ਤੋਂ ਖੁਦ ਰਾਹੁਲ ਗਾਂਧੀ ਚੋਣ ਲੜ ਰਿਹਾ ਹੈ।
ਤੇ ਉੱਥੇ ਸੀਰੀਅਸਨੈਸ ਇੰਨੀ ਵੱਧ ਗਈ ਹੈ ਕਿਉਂਕਿ ਗੋਦੀ ਮੀਡੀਆ ਨੇ ਪੂਰਾ ਹਵਾ ਕ੍ਰੀਏਟ ਕਰਤਾ, ਦੇਖੋ ਅਮੇਠੀ ਛੱਡ ਕੇ ਰਾਹੁਲ ਗਾਂਧੀ ਭੱਜ ਗਿਆ, ਇਸ ਕਿਸਮ ਦਾ ਪੂਰਾ ਮਾਹੌਲ ਬਣਾਇਆ ਜਾ ਰਿਹਾ ਹੈ ਤੇ ਇਸ ਕਰਕੇ ਉਹ ਹੌਟ ਸੀਟ ਬਣ ਗਈਆਂ ਹੈਗੀਆਂ। ਤੇ ਕਾਂਗਰਸ ਵੀ ਇਸ ਚੀਜ਼ ਦੀ ਸੀਰੀਅਸਨੈਸ ਨੂੰ ਸਮਝ ਰਹੀ ਹੈ ਤੇ ਉਹਨੇ ਦੋ ਬੰਦਿਆਂ ਦੀ ਜ਼ਿੰਮੇਵਾਰੀ ਰਾਏ ਬਰੇਲੀ ਅਤੇ ਅਮੇਠੀ ਤੇ ਲਾਈ ਹੈ। ਇੱਕ ਤਾਂ ਛੱਤੀਸਗੜ੍ਹ ਦੇ ਸਾਬਕਾ ਸੀਐਮ ਭੂਪੇਸ਼ ਬਘੇਲ ਦੀ, ਦੂਜੀ ਰਾਜਸਥਾਨ ਦੇ ਸਾਬਕਾ ਸੀਐਮ ਜਿਹੜੇ ਹੈਗੇ ਅਸ਼ੋਕ ਗਹਿਲੋਤ, ਉਹਨਾਂ ਦੀ ਡਿਊਟੀ ਉੱਥੇ ਲਾਈ ਗਈ ਹੈਗੀ ਆ। ਉੱਥੇ ਜਿਹੜੇ ਬੀਜੇਪੀ ਹੈ ਉਹ ਵੀ ਪ੍ਰੋਐਕਟਿਵ ਮੋਡ 'ਚ ਹੈਗੇ ਆ। ਅਮੇਠੀ ਤੋਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਸਮ੍ਰਿਤੀ ਇਰਾਨੀ ਉਹ ਚੋਣ ਲੜ ਰਹੀ ਹੈ, ਜਿਹਨੇ 2019 ਚ ਰਾਹੁਲ ਗਾਂਧੀ ਨੂੰ ਅਮੇਠੀ ਤੋਂ ਚੋਣ ਹਰਾਇਆ ਸੀਗਾ ਤੇ ਉਹਦੇ ਵਰਕਰਾਂ ਨੇ ਅੱਜ ਜਿਹੜੇ ਕਾਂਗਰਸ ਦੇ ਵਰਕਰਾਂ ਦੀ ਗੱਡੀਆਂ ਸੀਗੀਆਂ ਉਹਨਾਂ ਦੇ ਦਫ਼ਤਰ ਆ ਕੇ ਕਾਂਗਰਸ ਦੇ ਵਰਕਰਾਂ ਦੀ ਗੱਡੀਆਂ ਤੋੜ ਕੇ ਅਗਲੇ ਚਲੇ ਗਏ ਤੇ ਨਾਰੇ ਵਾਰੇ ਮਾਰ ਕੇ ਚਲੇ ਗਏ। ਤੇ ਉਸ ਤੋਂ ਬਾਅਦ ਬੀਜੇਪੀ ਵਰਕਰਾਂ ਨੇ ਕਿਹਾ ਕਿ ਦੇਖੋ ਇਹ ਤਾਂ ਆਪਣੀ ਸੇਫਟੀ ਨਹੀਂ ਕਰ ਸਕਦੇ, ਇਹ ਕੀ ਚੋਣ ਜਿੱਤਣਗੇ। ਪਰ ਜਿਹੜੇ ਕਾਂਗਰਸ ਹੈਗੀ ਆ, ਕਾਂਗਰਸ ਨੇ ਕਿਹਾ ਕਿ ਦੇਖੋ ਇਹ ਗੁੰਡਾਗਰਦੀ ਦੇ ਉਤਰ ਆਏ ਹੈਗੇ ਆ ਤੇ ਇਹਨਾਂ ਨੂੰ ਲੱਗ ਰਿਹਾ ਕਿ ਕਿਤੇ ਇਹਨਾਂ ਦੀ ਜ਼ਮੀਨ ਖਿਸਕ ਰਹੀ ਹੈ। ਤੇ ਇੱਕ ਉੱਤਰ ਪ੍ਰਦੇਸ਼ 'ਚ ਹੋਰ ਇੰਟਰਸਟਿੰਗ ਚੀਜ਼ ਹੋਈ, ਜਿਹੜੀ ਮੈਨਪੁਰੀ ਹੈਗੀ ਆ, ਉੱਥੋਂ ਅਖਿਲੇਸ਼ ਯਾਦਵ ਜਿਹੜਾ ਸਮਾਜਵਾਦੀ ਪਾਰਟੀ ਦਾ ਆਗੂ ਹੈਗਾ, ਉਹਦੀ ਜਿਹੜੀ ਧਰਮ ਪਤਨੀ ਹੈਗੀ ਆ ਡਿੰਪਲ ਯਾਦਵ, ਉਹ ਚੋਣ ਲੜ ਰਹੀ ਹੈ ਤੇ ਉੱਥੇ ਰਾਜਪੂਤ ਵਰਸਸ ਯਾਦਵ ਬਣਾਉਣ ਦੀ ਕੋਸ਼ਿਸ਼ ਹੋਈ ਹੈ। ਉੱਥੇ ਡਿੰਪਲ ਯਾਦਵ ਅਤੇ ਅਖਿਲੇਸ਼ ਯਾਦਵ ਇੱਕ ਮਹਾਰਾਣਾ ਪ੍ਰਤਾਪ ਦੀ ਮੂਰਤੀ ਨੂੰ ਮਾਲਾ ਪਾ ਕੇ ਆਏ ਸੀਗੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਉੱਥੇ ਬੀਜੇਪੀ ਵਰਕਰਾਂ ਨੇ ਉਹਦੀ ਮਹਾਰਾਣਾ ਪ੍ਰਤਾਪ ਦੀ ਮੂਰਤੀ ਨੂੰ ਪਾਣੀ ਨਾਲ ਧੋਤਾ ਤੇ ਇਸ ਕਿਸਮ ਦੇ ਨਾਰੇ ਬੁਲਾਏ ਜੈ ਸ਼੍ਰੀ ਰਾਮ ਵਰਗੇ ਤੇ ਕਿਹਾ ਕਿ ਇਹ ਓਬੀਸੀ ਕਿੱਥੇ ਆ ਕੇ ਸਾਡੇ ਮਹਾਰਾਣੇ ਨੂੰ ਮਾਲਾ ਪਾ ਰਹੇ ਨੇ। ਤੇ ਉੱਥੇ ਰਾਜਪੂਤ ਵਰਸਸ ਯਾਦਵ ਬਣਾਉਣ ਦੀ ਪੂਰੀ ਕੋਸ਼ਿਸ਼ ਚੱਲ ਰਹੀ ਹੈ ਤਾਂ ਕਿ ਜਿਹੜਾ ਕਿ ਰਾਜਪੂਤ ਹੈਗਾ ਉੱਤਰ ਪ੍ਰਦੇਸ਼ 'ਚ ਉਹਨੂੰ ਬੀਜੇਪੀ ਕਿਤੇ ਨਾ ਕਿਤੇ ਆਪਣੇ ਵੱਲ ਭੁਗਤਾ ਸਕੇ, ਕਿਉਂਕਿ ਪਹਿਲੇ ਤੇ ਦੂਜੇ ਚਰਨ 'ਚ ਆਪਾਂ ਦੇਖਿਆ ਕਿ ਰਾਜਪੂਤਾਂ ਨੇ ਐਂਟੀ ਬੀਜੇਪੀ ਵੋਟ ਪਾਇਆ ਸੀਗਾ ਤੇ ਹੁਣ ਰਾਜਪੂਤ ਵਰਸਸ ਯਾਦਵ ਕਰਕੇ ਕਿਤੇ ਨਾ ਕਿਤੇ ਰਾਜਪੂਤਾਂ ਦਾ ਵੋਟ ਬੀਜੇਪੀ ਆਪਣੇ ਕੰਨੀ ਕਰਨਾ ਚਾਹ ਰਹੀ ਹੈਗੀ ਆ। ਉਸ ਤੋਂ ਜਿਹੜੀ ਅਗਲੀ ਖਬਰ ਦੀ ਆਪਾਂ ਗੱਲ ਕਰੀਏ ਉਹ ਹੈਗੀ ਆ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਪੁੰਛ ਦੇ ਵਿੱਚ ਜਿਹੜਾ ਹਮਲਾ ਹੋਇਆ ਸੀਗਾ ਮਿਲੀਟੈਂਟਾਂ ਦਾ ਤੇ ਇੱਕ ਸੈਨਿਕ ਮਾਰਿਆ ਗਿਆ ਸੀਗਾ, ਛਿੰਦਵਾੜਾ ਦਾ ਸੀਗਾ ਉਹ, ਮੱਧ ਪ੍ਰਦੇਸ਼ ਦਾ। ਉਹਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਪਰ ਉਹਦੇ ਤੇ ਬਿਹਾਰ ਦੇ ਆਗੂ ਤੇਜ ਪ੍ਰਤਾਪ ਯਾਦਵ ਨੇ, ਲਾਲੂ ਪ੍ਰਸਾਦ ਯਾਦਵ ਦਾ ਦੂਜਾ ਮੁੰਡਾ, ਇੱਕ ਤਾਂ ਤੇਜਸਵੀ ਯਾਦਵ ਹੈ, ਇੱਕ ਤੇਜ ਪ੍ਰਤਾਪ ਯਾਦਵ ਨੇ ਕਿਹਾ ਕਿ ਇਹ ਦੇਖੋ ਇਹਦੇ ਵਾਸਤੇ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਮੇਦਾਰ ਹੈ। ਤੇ ਜਿਹੜਾ ਪੰਜਾਬ ਦਾ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹੈਗਾ, ਚਰਨਜੀਤ ਸਿੰਘ ਚੰਨੀ ਨੇ ਸੀਰੀਅਸ ਸਵਾਲ ਉਠਾਏ ਨੇ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਜਿਹੜਾ ਜਦੋਂ ਚੋਣ ਆਉਂਦੇ ਨੇ ਉਦੋਂ ਹੀ ਇਹ ਸਟੰਟ ਕਿਉਂ ਖੇਡੇ ਜਾਂਦੇ ਨੇ, ਕਿਤੇ ਨਾ ਕਿਤੇ ਇਹਦੇ ਨਾਲ ਇਸ ਕਿਸਮ ਦੇ ਸਟੰਟਾਂ ਨਾਲ ਬੀਜੇਪੀ ਨੂੰ ਫਾਇਦਾ ਹੁੰਦਾ ਹੈ। ਤੇ ਇਹ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਲਿਖਿਆ ਜਾ ਰਿਹਾ ਹੈ। ਜਿਹੜਾ ਸਾਬਕਾ ਗਵਰਨਰ ਹੈਗਾ ਸਤਿਆਪਾਲ ਮਲਿਕ, ਉਹਨਾਂ ਦਾ ਵੀ ਇੱਕ ਬਿਆਨ ਵਾਇਰਲ ਕੀਤਾ ਜਾ ਰਿਹਾ ਜਿਹਦੇ 'ਚ ਉਹ ਕਹਿ ਰਹੇ ਸੀਗੇ ਕਿ ਇਹ ਚੋਣਾਂ ਦੇ ਨੇੜੇ ਤੇੜੇ ਆਪਣੇ ਜਿਹੜੇ ਸੈਨਿਕ ਹੈਗੇ, ਆਰਮੀ ਵਾਲੇ ਹੈਗੇ, ਇਹਨਾਂ ਨੂੰ ਮਰਵਾ ਦੇਣਗੇ ਤਾਂ ਕਿ ਸਿੰਪੈਥੀ ਦੀ ਵੋਟ ਲੋਕਾਂ ਦੀ ਲੈ ਸਕਣ। ਜਿਹੜੀ ਉਸ ਤੋਂ ਅਗਲੀ ਖਬਰ ਤੇ ਆਪਾਂ ਗੱਲ ਕਰੀਏ ਉਹ ਹੈਗੀ ਆ ਜਿਹੜਾ ਮੁਸਲਿਮ ਰਿਜ਼ਰਵੇਸ਼ਨ ਤੇ ਬੀਜੇਪੀ ਲਗਾਤਾਰ ਬੋਲ ਰਹੀ ਉਹਦੇ ਤੇ ਕਾਂਗਰਸ ਨੇ ਉਹਦਾ ਕਾਊਂਟਰ ਕੀਤਾ ਹੈ। ਕਾਂਗਰਸ ਨੇ ਕਿਹਾ ਕਿ ਦੇਖੋ ਜਿਹੜਾ ਐਨਡੀਏ ਦਾ ਅਲਾਈਅੰਸ ਹੈ, ਬੀਜੇਪੀ ਵਾਲਿਆਂ ਦਾ ਆਂਧਰ ਪ੍ਰਦੇਸ਼ 'ਚ ਟੀਡੀਪੀ ਨਾਲ ਅਲਾਈਅੰਸ ਹੈਗਾ ਤੇ ਚੰਦਰਬਾਬੂ ਨਾਇਡੂ ਆਂਧਰ ਪ੍ਰਦੇਸ਼ 'ਚ ਖੁੱਲ੍ਹ ਕੇ ਕਹਿ ਰਿਹਾ ਹੈ ਕਿ ਅਸੀਂ ਕੋਈ ਮੁਸਲਮਾਨਾਂ ਦਾ ਰਿਜ਼ਰਵੇਸ਼ਨ ਨਹੀਂ ਖਤਮ ਕਰਾਂਗੇ। ਤੇ ਉਹ ਇੱਕ ਦਿਖਾਇਆ ਜਾ ਰਿਹਾ, ਇੱਕ ਪੁਰਾਣਾ ਵੀਡੀਓ ਨਰਿੰਦਰ ਮੋਦੀ ਦਾ ਵੀ ਵਾਇਰਲ ਕੀਤਾ ਜਾ ਰਿਹਾ ਜਿਹਦੇ 'ਚ ਉਹ ਮੁਸਲਮਾਨਾਂ ਦੇ ਆਰਕਸ਼ਣ ਰਿਜ਼ਰਵੇਸ਼ਨ ਤੇ ਬੋਲਦਿਆਂ ਕਹਿ ਰਹੇ ਹੈਗੇ ਆ ਕਿ ਗੁਜਰਾਤ ਦੇ ਵਿੱਚ ਇਦਾਂ ਦੇ ਮੁਸਲਮਾਨ ਹੈਗੇ ਆ ਜਿਹੜੇ ਕਿ ਓਬੀਸੀ ਕਾਸਟਾਂ ਤੋਂ ਹੀ ਆਉਂਦੇ ਨੇ ਤੇ ਉਹਨਾਂ ਨੂੰ ਰਿਜ਼ਰਵੇਸ਼ਨ ਦੀ ਲੋੜ ਸੀਗੀ ਤੇ ਉਹ ਵਾਇਰਲ ਕੀਤਾ ਜਾ ਰਿਹਾ। ਤੇ ਜਿਹੜੀ ਕਾਂਗਰਸ ਆ ਉਹ ਇਹ ਕਹਿ ਰਹੀ ਹੈ ਕਿ ਮੁਸਲਮਾਨ ਰਿਜ਼ਰਵੇਸ਼ਨ ਤੇ ਜਿਹੜਾ ਨਰਿੰਦਰ ਮੋਦੀ ਉਹ ਲੋਕਾਂ ਨੂੰ ਗੁੰਮਰਾਹ ਇਸ ਕਰਕੇ ਕਰ ਰਿਹਾ ਕਿਉਂਕਿ ਪਿਛਲੇ 10 ਸਾਲ ਤਾਂ ਇਹਨਾਂ ਦੀ ਸਰਕਾਰ ਸੀ। ਜੇ ਮੁਸਲਮਾਨ ਓਬੀਸੀ ਰਿਜ਼ਰਵੇਸ਼ਨ ਦੇ ਵਿੱਚ ਮੁਸਲਮਾਨਾਂ ਦਾ ਹੋਣਾ ਗਲਤ ਸੀਗਾ ਤੇ ਇਹਨੂੰ ਕੱਢ ਸਕਦੇ ਸੀਗੇ। ਇਹਨਾਂ ਨੇ ਪਿਛਲੇ 10 ਸਾਲ ਤੱਕ ਇਹ ਕਾਰਵਾਈ ਕਿਉਂ ਨਹੀਂ ਕੀਤੀ ਤੇ ਹੁਣ ਚੋਣਾਂ ਦੇ ਵਿੱਚ ਆ ਕੇ ਇਹ ਸਾਰਾ ਇਹਨੂੰ ਹਿੰਦੂ ਮੁਸਲਮਾਨ ਕਰਨ ਵਾਸਤੇ ਰਿਜ਼ਰਵੇਸ਼ਨ ਦਾ ਸਹਾਰਾ ਲੈ ਰਹੇ ਨੇ ਤਾਂ ਕਿ ਓਬੀਸੀ ਕਮਿਊਨਿਟੀ ਦੀ ਇਹ ਵੋਟ ਹਾਸਿਲ ਕਰ ਸਕਣ। ਤੇ ਕਾਂਗਰਸ ਨੇ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਨੂੰ 10 ਸਾਲ ਦਾ ਆਪਣਾ ਰਿਪੋਰਟ ਕਾਰਡ ਦੱਸਣਾ ਚਾਹੀਦਾ ਕਿ ਉਹਨੇ 10 ਸਾਲ ਤੱਕ ਕੀ ਕੀਤਾ ਹੈ, ਨਾ ਕਿ ਉਹਨੂੰ ਜਿਹੜਾ ਹਿੰਦੂ ਮੁਸਲਮਾਨ ਵਾਲਾ ਪੂਰਾ ਮਾਮਲਾ ਹੈ ਇਹਦੇ ਪੂਰਾ ਨੈਰੇਟਿਵ ਬਣਾ ਕੇ ਇਹਦੇ ਤੇ ਬੈਟਿੰਗ ਕਰਨ ਦੀ ਕੋਈ ਲੋੜ ਨਹੀਂ ਹੈ, ਬਲਕਿ ਇਹ ਦੱਸੇ ਕਿ ਇਸ ਪੂਰੇ ਮਾਮਲੇ ਦੇ ਪੂਰੇ 10 ਸਾਲ ਦੇ ਵਿੱਚ ਪੂਰੇ ਮੁਸਲਮਾਨ ਰਿਜ਼ਰਵੇਸ਼ਨ ਵਾਲੇ ਮਾਮਲੇ ਤੇ ਇਹਨਾਂ ਨੇ ਕੀ ਕੀਤਾ ਇਹ ਵੀ ਤਾਂ ਚੁੱਪ ਕਰਕੇ ਦੇਖਦੇ ਰਹੇ। ਜੇ ਮੁਸਲਮਾਨਾਂ ਦਾ ਓਬੀਸੀ ਸੈਕਸ਼ਨ 'ਚ ਹੋਣਾ ਗਲਤ ਸੀਗਾ ਤੇ ਕੋਈ ਅਧਿਆਦੇਸ਼ ਲੈ ਕੇ ਆਉਂਦੇ, ਕੋਈ ਪਾਰਲੀਮੈਂਟ 'ਚ ਕੁਝ ਬਿੱਲ ਵਗੈਰਾ ਪਾਸ ਕਰਦੇ, ਪਰ ਇਹਨਾਂ ਦਾ ਇਦਾਂ ਦਾ ਕੋਈ ਕਮਿਸ਼ਨ ਬਣਾਉਂਦੇ, ਕੁਝ ਵੀ ਇਹਨਾਂ ਨੇ ਨਹੀਂ ਕੀਤਾ। ਤੇ ਕਿਤੇ ਨਾ ਕਿਤੇ ਹਿੰਦੂ ਮੁਸਲਮਾਨ ਕਰਨ ਦਾ ਇੱਕ ਸੌਖਾ ਤਰੀਕਾ ਹੈਗਾ ਤਾਂ ਓਬੀਸੀ ਕਮਿਊਨਿਟੀ ਦੀ ਵੋਟ ਲੈਣ ਦਾ ਸੌਖਾ ਤਰੀਕਾ ਹੈਗਾ।
ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਹੈਗੀ ਆ ਕੋਵਿਸ਼ੀਲਡ ਬਾਰੇ। ਕੋਵਿਸ਼ੀਲਡ ਜਿਹੜੀ ਬਣਾਉਣ ਵਾਲੀ ਵੈਕਸੀਨ ਬਣਾਉਣ ਵਾਲੀ ਜਿਹੜੀ ਐਸਟ੍ਰੋਜੈਨਿਕਾ ਕੰਪਨੀ ਹੈਗੀ ਆ, ਜਿਹਨੇ ਸਿਰਮ ਇੰਸਟੀਚਿਊਟ ਆਫ ਇੰਡੀਆ, ਐਸਟ੍ਰੋਜੈਨਿਕਾ ਪਲਸ ਆਕਸਫੋਰਡ ਯੂਨੀਵਰਸਿਟੀ, ਇਹਨਾਂ ਤਿੰਨਾਂ ਨੇ ਕਰੋਨਾ ਦੀ ਸਿਰਮ ਬਣਾਈ ਸੀਗੀ, ਯਾਨੀ ਕਿ ਜਿਹੜੀ ਦਵਾਈ ਬਣਾਈ ਸੀਗੀ। ਤੇ ਉਹਦੇ ਤੇ ਆਪਾਂ ਨੂੰ ਪਤਾ ਬ੍ਰਿਟੇਨ ਦੇ ਵਿੱਚ ਖਾਸੇ ਸਵਾਲ ਖੜੇ ਹੋਏ ਨੇ, ਉੱਥੋਂ ਦੇ ਹਾਈ ਕੋਰਟ ਦੇ ਵਿੱਚ ਡਾਂਟ ਵੀ ਪਈ ਹੈ, ਤੇ ਉੱਥੇ ਐਸਟ੍ਰੋਜੈਨਿਕਾ ਨੇ ਮੰਨਿਆ ਵੀ ਹੈ ਕਿ ਕੁਝ ਸਾਈਡ ਇਫੈਕਟ ਹੋਏ ਨੇ, ਤੇ ਇਹਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਵੀ ਲੋਕਾਂ ਨੇ ਪਟੀਸ਼ਨਾਂ ਪਾਈਆਂ ਹੈਗੀਆਂ, ਤੇ ਇਹ ਕਿਹਾ ਕਿ ਕੋਵਿਸ਼ੀਲਡ ਨਾਲ ਹੋਣ ਵਾਲੇ ਸਾਈਡ ਇਫੈਕਟਾਂ ਤੇ ਸੁਪਰੀਮ ਕੋਰਟ ਸੁਣਵਾਈ ਕਰੇ। ਉੱਤੇ ਕਈ ਸਾਰੇ ਸਵਾਲ ਵੀ ਖੜੇ ਕੀਤੇ ਗਏ ਹੈਗੇ ਆ। ਇਹਦੇ ਚ ਇਦਾਂ ਦੇ ਬੰਦਿਆਂ ਦਾ ਵੀ ਜ਼ਿਕਰ ਹੈ ਜਿਹੜੇ ਕਿ ਵਿਕਲਾਂਗ ਹੋ ਗਏ, ਡਿਸੇਬਲਡ ਹੋ ਗਏ ਇਹ ਡੋਜ਼ ਲੱਗਣ ਤੋਂ ਬਾਅਦ। ਬਹੁਤ ਸਾਰੇ ਇਦਾਂ ਦੇ ਬੰਦਿਆਂ ਦਾ ਜ਼ਿਕਰ ਹੈ ਜਿਨ੍ਹਾਂ ਦੀ ਡੈਥ ਹੋ ਗਈ ਹੈਗੀ ਆ, ਤੇ ਕਿਹਾ ਜਾ ਰਿਹਾ ਕਿ ਕੋਵਿਸ਼ੀਲਡ ਲਾਉਣ ਤੋਂ ਬਾਅਦ ਕਿਸ ਕਿਸਮ ਦੀਆਂ ਕੰਪਲਿਕੇਸ਼ਨਸ ਲੋਕਾਂ 'ਚ ਹੋਈਆਂ, ਕਿਸ ਕਿਸਮ ਦੇ ਸਾਈਡ ਇਫੈਕਟਸ ਹੋਏ, ਕਿੰਨੀਆਂ ਜਾਨਾਂ ਗਈਆਂ ਲੋਕਾਂ ਦੀਆਂ, ਕੌਣ ਲੋਕ ਡਿਸੇਬਲਡ ਹੋਏ, ਉਹ ਸਾਰੇ ਤੇ ਕਮੇਟੀ ਵੀ ਬਣੇ, ਜਾਂਚ ਹੋਵੇ ਪ੍ਰੋਪਰ, ਤੇ ਇਹਦੇ ਤੇ ਕਾਰਵਾਈ ਵੀ ਹੋਵੇ। ਤੇ ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਇਸ ਨੂੰ ਸੁਣ ਲਵਾਂਗੇ। ਜਿਹੜੇ ਡੀ.ਵਾਈ. ਚੰਦਰਚੂੜ ਹੈਗੇ ਆ ਚੀਫ ਜਸਟਿਸ ਆਫ ਇੰਡੀਆ, ਉਹਨਾਂ ਨੇ ਕਿਹਾ ਕਿ ਇਹਨੂੰ ਸੁਣਾਂਗੇ, ਪਰ ਉਹਨਾਂ ਨੇ ਕਿਹਾ ਕਿ ਜਲਦਬਾਜ਼ੀ 'ਚ ਆਪਾਂ ਇਹਨੂੰ ਨਹੀਂ ਕਰ ਸਕਦੇ ਕਿ ਹੁਣੇ ਆਪਾਂ ਇਹਨੂੰ ਸੁਣ ਲਈਏ, ਆਪਾਂ ਕੋਈ ਤਾਰੀਖ ਤੈਅ ਕਰ ਲੈਂਦੇ ਹਾਂ। ਤੇ ਹਾਲਾਂਕਿ ਅੱਜ ਤਾਰੀਖ ਤੈਅ ਨਹੀਂ ਹੋਈ, ਤਾਰੀਖ ਜਦੋਂ ਹੋਊਗੀ ਤੈਅ ਉਦੋਂ ਮੈਂ ਇਸ ਤੇ ਖੁੱਲ ਕੇ ਦੱਸਾਂਗਾ। ਤੇ ਚੰਦਰਚੂੜ ਦਾ ਹਾਲਾਂਕਿ ਕਾਰਜਕਾਲ ਹੈਗਾ ਉਹ ਮਾੜਾ ਮੋਟਾ ਹੀ ਬਚਿਆ ਹੋਇਆ, ਸ਼ਾਇਦ ਉਸ ਸੈਪਟੰਬਰ ਜਾਂ ਅਕਤੂਬਰ ਦੇ ਵਿੱਚ ਉਹ ਰਿਟਾਇਰ ਕਰ ਜਾਣਗੇ। ਉਸ ਤੋਂ ਬਾਅਦ ਤਾਂ ਸੁਪਰੀਮ ਕੋਰਟ ਦੇ ਵਿੱਚ ਕੋਈ ਵੀ ਚੱਜ ਦਾ ਜੱਜ ਨਹੀਂ ਬਚੂਗਾ। ਚੰਦਰਚੂੜ ਨੇ ਕਈ ਸਾਰੇ ਬਹੁਤ ਵਧੀਆ ਫੈਸਲੇ ਲਏ ਨੇ, ਇਲੈਕਟੋਰਲ ਬੌਂਡ ਵਾਲਾ ਲਿਆ, ਆਪਾਂ ਨੂੰ ਪਤਾ ਹੈ ਕਿ, ਤੇ ਇਸ ਤੋਂ ਇਲਾਵਾ ਚੰਦਰਚੂੜ ਬਹੁਤ ਪਬਲਿਕ ਸਪਿਰਿਟਡ ਮਾਮਲਿਆਂ ਤੇ ਸੁਣਵਾਈ ਕਰ ਲੈਂਦਾ ਹੈ, ਕਈ ਮਾਮਲਿਆਂ ਤੇ ਰਾਹਤ ਵੀ ਦੇ ਦਿੰਦਾ ਹੈ। ਤੇ ਇਹਨੂੰ ਇਹ ਵੀ ਕਿਹਾ ਜਾ ਰਿਹਾ ਕਿ ਇੰਡੀਅਨ ਜੁਡੀਸ਼ਰੀ 'ਚ ਜਿਹੜਾ ਚੰਦਰਚੂੜ ਵਰਗਾ ਜਿਹੜਾ ਜੱਜ ਹੈਗਾ ਉਹ ਆਖਰੀ ਪਿਲਰ ਬਚਿਆ ਹੋਇਆ। ਉਸ ਤੋਂ ਬਾਅਦ ਜਿਹੜਾ ਇੱਕ ਪੂਰਾ ਬੈਚ ਹੈਗਾ ਜਿਹੜਾ ਗੁਜਰਾਤ ਦੇ ਹਾਈ ਕੋਰਟਾਂ ਤੋਂ ਆਇਆ ਹੋਇਆ ਹੈ, ਤੇ ਉਹ ਕਿਤੇ ਨਾ ਕਿਤੇ ਪ੍ਰੋ ਮੋਦੀ ਹੈਗਾ ਤੇ ਐਂਟੀ ਮਤਲਬ ਪ੍ਰੋ ਪੀਪਲ ਹੈਗਾ। ਤੇ ਜਿਵੇਂ ਬੇਲਾ ਤ੍ਰਿਵੇਦੀ ਦਾ ਨਾਂ ਆਉਂਦਾ ਹੈ, ਜਸਟਿਸ ਐਮ.ਜੇ. ਖੰਨਾ ਦਾ ਨਾਂ ਆਉਂਦਾ, ਹੋਰ ਵੀ ਕਈ ਬੰਦਿਆਂ ਦਾ ਨਾਂ ਆਉਂਦਾ ਹੈ। ਜੇ ਉਹਨਾਂ ਦੇ ਹੱਥੀਂ ਪੂਰੀ ਬਾਗਡੋਰ ਗਈ ਸੁਪਰੀਮ ਕੋਰਟ ਦੀ, ਫਿਰ ਤਾਂ ਉਹ ਮਤਲਬ ਜਿਹੜਾ ਨਿਆਂ ਦੀ ਇੱਕ ਉਮੀਦ ਹੁੰਦੀ ਹੈ ਕੋਰਟਾਂ ਤੋਂ, ਉਹ ਵੀ ਖਤਮ ਹੋ ਜੂਗੀ। ਤੇ ਦੇਖਣਾ ਹੋਊਗਾ ਕਿ ਚੰਦਰਚੂੜ ਦੀ ਜਿਹੜੀ ਰਿਟਾਇਰਮੈਂਟ ਤੋਂ ਬਾਅਦ ਕੀ ਸਥਿਤੀ ਸੁਪਰੀਮ ਕੋਰਟ ਦੀ ਰਹਿੰਦੀ ਹੈ। ਬਾਕੀ ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ, ਤੇ ਇਹਨਾਂ ਦਾ ਮੈਂ ਵਿਸ਼ਲੇਸ਼ਣ ਵੀ ਕੀਤਾ ਹੈ। ਕੱਲ ਦੁਬਾਰੇ ਮਿਲਾਂਗਾ ਨਵੀਂ ਖਬਰਾਂ ਨਾਲ ਤੇ ਨਵੇਂ ਵਿਸ਼ਲੇਸ਼ਣ ਨਾਲ। ਪੰਜਾਬੀ ਰੇਡੀਓ USA ਨੂੰ ਦੇਖਣ ਤੇ